ਅੱਲਾਹ ਪਾਕ ਨੇ ਸਾਨੂੰ ਥੋੜੀ ਦੇਰ ਵਾਸਤੇ ਦੁਨੀਆ ਤੇ ਘੱਲਿਆ ਹੈ। ਅੱਲਾਹ ਪਾਕ ਨੇ ਸਾਨੂੰ ਥੋੜੀ ਦੇਰ ਵਾਸਤੇ ਦੁਨੀਆ ਤੇ ਘੱਲਿਆ ਹੈ। ਫਿਰ ਹਾਂ ਇੱਥੋਂ ਟੁਰ ਜਾਣਾ। ਸਾਡੇ ਵੱਡੇ ਵਡੇਰੇ ਟੁਰ ਗਏ ਨੇ, ਹਾਂ ਵੀ ਟੁਰ ਜਾਣਾ। ਇੰਜੀ ਗੱਲ ਇਹ ਗੱਲ ਜਿਹੜੀ ਹੈ, ਇਹ ਜਿਹੜੀ ਗੱਲ ਜਾਣ ਵਾਲੀ ਹੈ, ਮਰਨ ਵਾਲੀ ਹੈ, ਇਹ ਪੱਕ ਵਾਲੀ ਹੈ ਕਿ ਸ਼ੱਕ ਵਾਲੀ ਹੈ? ਯਾਨੀ ਇਹਦੇ ਕੋਈ ਸ਼ੱਕ ਨਹੀਂ। ਹਾਂ, ਇਹ ਸ਼ੱਕ ਨਹੀਂ ਕਿ ਮੈਂ ਖਰੇ ਰਹਿ ਜਾਵਾਂ, ਖਰੇ ਲੋਕ ਜਾਂਦੇ ਨੇ ਪੈ ਤੇ ਖਰੇ ਮੈਂ ਜਿਹੜਾ ਨਾ ਉਹ ਕੋਈ ਬੰਦਾ ਬਚ ਨਹੀਂ ਸਕਦਾ। ਸਭ ਨੇ ਮਰਨਾ, ਸਭ ਨੇ। ਕੋਈ ਬੰਦਾ ਤਿੜ ਨਹੀਂ ਸਕਦਾ ਸਾਡੇ ਚੋਂ। ਵੇਰ ਪੁਲਿਸ ਵਾਲਿਆਂ ਨੂੰ ਬੰਦੇ ਵੇਰ ਜਾਂਦੇ ਨੇ। ਪੁਲਿਸ ਆਵੇ ਨਾ ਕਿ ਚੱਲ ਅੱਗੇ ਲੱਗ ਆਉਂਦਾ ਜਾ ਬਾਣੀ ਜਾਂਦਾ। ਇਸ ਤਰ੍ਹਾਂ ਦੇ ਬੰਦੇ ਹੈ ਜਿਹੜੇ ਪੁਲਿਸ ਵਾਲਿਆਂ ਨੂੰ ਕੀ ਕਰਦੇ ਨੇ, ਮਗਰ ਜਾ ਮੈਂ ਨਹੀਂ ਜਾਂਦਾ। ਲੇਕਿਨ ਇੱਥੇ ਹੈ ਵੇ ਕਿ ਇਜ਼ਰਾਈਲ ਆਵੇ ਤੇ ਉਹ ਆਖੇ ਅੱਗੇ ਲੱਗ ਜਾ ਕੇ ਜਾ ਮੈਂ ਨਹੀਂ ਜਾਂਦਾ। ਮੈਂ ਕੋਈ ਇਹਨਾਂ ਦਾ ਹੀ ਬੰਦਾ ਕਰਕੇ ਤੇ ਵੇਖੇ ਜਰਾ ਅਗਲੇ ਧੌਣ ਨਾ ਪੰਨੀ ਦੇ। ਤੇ ਸਾਡੇ 'ਚੋਂ ਕੋਈ ਤਿੜ ਨਹੀਂ ਸਕਦਾ। ਕੋਈ ਇਹ ਨਹੀਂ ਕਿ ਮੈਂ ਆਖੇ ਮੈਂ ਅਜੇ ਵਿਹਲਾ ਨਹੀਂ, ਮੈਂ ਨਹੀਂ ਅਜੇ ਮੇਰੀ ਸਲਾਹ ਨਹੀਂ ਬਣਦੀ ਮਰਨ ਦੀ। ਤੇਰੀ ਸਲਾਹ ਬਣੇ ਤੇ ਭਾਵੇਂ ਨਾ ਬਣੇ, ਤੂੰ ਵਿਹਲਾ ਹੈ ਭਾਵੇਂ ਨਹੀਂ, ਤੂੰ ਤਿੜੇ ਜਾਂ ਨੀਵਾਂ ਹੋਵੇ, ਤੂੰ ਮਰਨਾ ਹੀ ਮਰਨਾ। ਮਰਨ ਵਾਲੀ ਗੱਲ ਹੈ ਪੱਕ ਵਾਲੀ, ਸ਼ੱਕ ਵਾਲੀ ਨਹੀਂ। ਸਭ ਨੇ ਮਰਨਾ, ਸਭ। ਸਾਰੇ ਗਰੀਬ ਅਮੀਰ, ਕਾਲੇ ਗੋਰੇ, ਪਿੰਡਾਂ ਦੇ ਸ਼ਹਿਰਾਂ ਵਾਲੇ ਸਾਰੇ, ਮੋਚੀ ਨਾਈ, ਚੀਮੇ ਚੱਠੇ ਗੁਰਾਏ, ਮੁਗਲ ਪੱਟੀ, ਜੱਟ ਵੱਟ, ਸਭ। ਸਾਰੇ ਮੁਲਕ ਆਸਟ੍ਰੇਲੀਆ, ਬਰਤਾਨੀਆ, ਫਿਨਲੈਂਡ, ਬ੍ਰਾਜ਼ੀਲ, ਨਿਊਜ਼ੀਲੈਂਡ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਸਭ ਮਰਨਾ। ਇੱਧਰ ਮੈਂ ਕੋਈ ਬੰਦਾ ਬਚ ਨਹੀਂ ਸਕਦਾ। ਆਏ ਹੀ ਜਾਣ ਵਾਸਤੇ ਆ। ਅਗਲੀ ਗੱਲ ਇਹ ਵੇ ਕਿ ਜਿਹੜਾ ਜਾਣਾ, ਜਾਣ ਵਾਲੀ ਗੱਲ ਹੈ ਪੱਕੀ। ਦਿਲ ਮੰਨੇ ਤੇ ਭਾਵੇਂ ਮਰਨ ਵਾਲੀ ਗੱਲ ਪੱਕੀ। ਇਹ ਵੀ ਗੱਲ ਇਹ ਜਿਵੇਂ ਇਹ ਗੱਲ ਪੱਕੀ ਹੈ ਨਾ, ਇਸੇ ਤਰ੍ਹਾਂ ਹੀ ਇਹ ਗੱਲ ਪੱਕੀ ਹੈ ਕਿ ਕਿਆਮਤ ਵਾਲੇ ਦਿਨ ਫਿਰ ਰੱਬ ਦੇ ਮੱਥੇ ਲੱਗਣਾ ਹੈ। ਇੱਧਰ ਮੈਂ ਕੀ ਆਖਿਆ? ਮੈਂ ਕਿਆਮਤ ਵਾਲੇ ਦਿਨ ਰੱਬ ਦੇ ਮੱਥੇ ਲੱਗਣਾ। ਇਹ ਨਹੀਂ ਕਿ ਉੱਥੇ ਰਸ਼ ਬੜਾ ਹੋਣਾ ਤੇ ਕਿਤੇ ਬਹਿ ਬੂ ਰਵੇਗਾ, ਲੰਮਾ ਪੈ ਰਵੇਗਾ, ਕੰਮ ਪਿਛਾ ਹੋ ਜਾਏਗਾ। ਕਿਤੇ ਹੁੰਦਾ ਹੀ ਹੈ ਨਾ, ਚੌਕੇ ਬੰਦੇ ਹੋਣ ਨਾ, 4-5 ਲੱਖ ਬੰਦਾ ਹੋਵੇ ਤੇ ਵਿੱਚੋਂ ਇੱਕ ਬੰਦਾ ਕਿਤੇ ਲੁਕਣਾ ਵੀ ਚਾਹੇ ਨਾ ਤੇ ਉਹ ਵਿੱਚ ਕਿਤੇ ਬਹਿ ਬੂ ਰਵੇਗਾ, ਹੋ ਸਕਦਾ। ਲੇਕਿਨ ਉੱਥੇ ਇਹ ਨਹੀਂ ਕਿਆਮਤ ਵਾਲੇ ਦਿਨ। ਕਿਆਮਤ ਵਾਲੇ ਦਿਨ ਰਸ਼ ਬੜਾ ਹੋਣਾ, ਬੜੀ ਦੁਨੀਆ, ਇੰਨੀ ਆਦਮ ਅਲੈਹਿਸਸਲਾਮ ਤੋਂ ਲੈ ਕੇ ਕਿਆਮਤ ਤੱਕ ਸਾਰੇ ਅਗਲੇ ਪਿਛਲੇ ਸਾਰੇ ਇਨਸਾਨ ਇਕੱਠੇ ਹੋਣੇ। ਇੰਨੀ ਦੁਨੀਆ, ਇਹ ਵੀ ਨਹੀਂ ਕਿ ਇੰਨੀ ਦੁਨੀਆ ਉੱਥੇ ਉਹ ਰਸ਼ ਦੇ ਵਿੱਚ ਜਿਹੜਾ ਨਾ ਇੱਕ ਬਹਿ ਬੂ ਰਵੇਗਾ, ਲੰਮਾ ਨਾ। ਇੱਧਰ ਮੈਂ ਇੱਕ ਨੂੰ ਖਿਲਾਰ ਕੇ ਉਹਨੇ ਵੱਖਰਾ ਹਿਸਾਬ ਲੈਣਾ। ਇਹਨੂੰ ਵੱਖਰਾ ਖਿਲਾਰਨਾ ਸੂ, ਇਹਨੂੰ ਵੱਖਰਾ ਖਿਲਾਰਨਾ ਸੂ, ਇਹਨੂੰ ਵੱਖਰਾ ਖਿਲਾਰਨਾ ਸੂ, ਇਹਨੂੰ ਵੱਖਰਾ ਖਿਲਾਰਨਾ। ਇੱਕ ਨੂੰ ਖਿਲਾਰ ਕੇ ਇਹਨਾਂ ਦੇ ਹਿਸਾਬ ਲੈਣਾ ਰੱਬ ਨੇ ਸਾਡੇ ਕੋਲੋਂ। ਕਿਉਂ ਜੀ? ਇਹ ਗੱਲ ਪੱਕੀ ਕੱਚੀ ਹੈ? ਇਹ ਵੀ ਪੱਕ ਵਾਲੀ। ਇਹਨੇ ਰੱਬ ਦੇ ਮੱਥੇ ਲੱਗਣਾ ਹੀ ਲੱਗ। ਇਹਨੂੰ ਦੁਨੀਆ ਦੇ ਉੱਤੇ ਇੱਥੇ ਰਹਿੰਦਾ ਨਾ ਪਿਆ, ਇਹਨੂੰ ਸਮੁੰਦਰ ਹੀ ਰੁੜ ਗਿਆ, ਮੱਛੀਆਂ ਖਾ ਗਈਆਂ ਨੇ, ਕੱਛੂ ਕੁੰਮੇ ਖਾ ਗਏ ਨੇ। ਇਹਨੂੰ ਜਿਹੜਾ ਨਾ ਉਹ ਸਾੜ ਕੇ ਅੜੇ ਤੂੰ ਸਾੜਦੇ ਨੇ, ਸਾੜ ਕੇ ਇਹਦੀ ਸੁਆਹ ਜਿਹੜੀ ਉਹ ਦਰਿਆ 'ਚ, ਉਹ ਦਰਿਆ 'ਚ, ਫਿਰ ਵੀ ਰੱਬ ਦੇ ਮੱਥੇ ਲੱਗਦਾ। ਜਿੱਥੇ ਵੀ ਜਾਏ ਇਹਨੇ ਰੱਬ ਦੇ ਮੱਥੇ ਲੱਗਣਾ। ਉੱਥੇ ਫਿਰ ਹੋਣਾ ਹਿਸਾਬ ਕਿਤਾਬ। ਕੀ ਹੋਣਾ? ਉੱਥੇ ਹਿਸਾਬ ਕਿਤਾਬ ਹੋਣਾ। ਫਿਰ ਕਿਆਮਤ ਵਾਲੇ ਦਿਨ ਜਦੋਂ ਰੱਬ ਦੇ ਮੱਥੇ ਲੱਗਣਾ ਹੋਣਾ, ਉੱਥੇ ਹੋਣਾ ਹਿਸਾਬ ਕਿਤਾਬ। ਤੇ ਹਿਸਾਬ ਕਿਤਾਬ ਅਗਲਿਆਂ ਵਾਹਵਾ ਬਣਾ ਕੇ ਲੈਣਾ। ਕੀ ਕਰਨਾ? ਵਾਹਵਾ ਬਣਾ ਕੇ ਨਾ ਹੋਣਾ ਆਉਂਦਾ। ਉਹਦੇ 'ਚ ਕੀ ਹੁੰਦਾ? ਫਮਨ ਯਅਮਲ ਮਿਸਕਾਲਾ ਜ਼ਰਰਤਿਨ ਖੈਰਨ ਯਰਾ ਫਮਨ ਯਅਮਲ ਮਿਸਕਾਲਾ ਜ਼ਰਰਤਿਨ ਸ਼ਰਰਨ। ਜ਼ਰਰੇ ਦਾ ਹਿਸਾਬ ਹੋਣਾ। ਜ਼ਰਾ ਵੀ ਨੇਕੀ ਕੀਤੀ ਫਿਰ ਉਹ ਵੀ ਵਹਾਈ ਜਾਏਗੀ। ਇਹਨੇ ਮੈਂ ਜਾਂਦਿਆਂ ਕਿਸੇ ਦੀ ਪੈਲੀ 'ਚੋਂ ਵੱਗੀ ਕਰ ਲਈ, ਪੈਰ ਮਾਰ ਕੇ ਵੱਗੀ ਕਰ ਲਈ ਹੈ ਨਾ, ਤਾਂ ਉਹ ਵੱਗੀ ਇਹਨੂੰ ਵਹਾਈ ਜਾਣੀ ਹੈ। ਤੇ ਤੂੰ ਉੱਥੇ ਫਲਾਣਾ ਪਾਣੀ ਭੰਨਿਆ ਸੀ, ਜਾਂਦਿਆਂ ਕੋਈ ਕੰਡਾ ਪਿਆ ਸੀ, ਕੋਈ ਸ਼ਾਇਦ ਤਕਲੀਫ ਦੇਣ ਵਾਲੀ ਪਈ ਸੀ, ਉਹ ਇਹਨੇ ਪਾਸੇ ਕਰ ਲਈ, ਇਹ ਵੀ ਵਹਾਈ ਜਾਏਗੀ। ਉਹ ਨੇਕੀ ਵੀ ਵਹਾਈ ਜਾਏਗੀ। ਥੋੜ੍ਹੀ ਜਿਹੀ ਨੇਕੀ ਕੀਤੀ ਸੀ, ਉਹ ਵੀ ਵਹਾਈ ਜਾਏਗੀ। ਥੋੜ੍ਹੀ ਜਿਹੀ ਬੁਰਾਈ ਕੀਤੀ, ਹੋਈ ਵਹਾਈ। ਸਾਰੀ ਜ਼ਿੰਦਗੀ ਦਾ ਹਿਸਾਬ ਹੋਣਾ ਉੱਥੇ। ਆਏ ਵੀ ਉਹਦੇ ਕੋਲੋਂ ਤੇ ਜਾਣਾ ਵੀ। ਹੁਣ ਰਹਿ ਗਈ ਗੱਲ ਵੀ ਘੱਲਿਆ ਕਿਉਂ ਸੂ। ਰਹਿ ਗਈ ਗੱਲ ਇਹ ਵੀ ਘੱਲਿਆ ਤੇ ਘੱਲਿਆ ਕਿਉਂ ਸੂ। ਘੱਲਿਆ ਕਿਉਂ ਸੂ?
ਇਹ ਲੱਗਾ ਹੁਣ ਦੱਸਣ ਵੀ ਘੱਲਿਆ ਕਿਉਂ ਆਉਂਦਾ। ਅੱਛਾ ਗੱਲ ਨੇ ਰੱਬ ਨੇ ਗੱਲ ਉਹਲੇ 'ਚ ਨਹੀਂ ਰੱਖੀ ਜਾ ਕੇ ਲੱਭਦਾ ਫਿਰ ਤੈਨੂੰ ਕਿਉਂ ਘੱਲਿਆ, ਨਾ ਉਹਨੇ ਟਿਕਾ ਕੇ ਗੱਲ ਦੱਸ ਛੜੀ ਵੀ ਮੈਂ ਤੈਨੂੰ ਲੱਗਾਂ ਘੱਲਣ ਦੁਨੀਆ ਦੇ ਤੇ ਐਸ ਕੰਮ ਲੱਗਾਂ ਘੱਲਣ। ਕੀ ਕੀਤਾ ਗੱਲ ਵਾਜ਼ੇ ਦੱਸ ਦਿੱਤੀ ਹੈ ਕਿ ਮੈਂ ਤੈਨੂੰ ਲੱਗਾਂ ਘੱਲਣ, ਉੱਥੇ ਰੂਪ ਵਿੱਚ ਗੁਜਰਾਂ ਵਾਲੇ ਮੈਂ ਤੈਨੂੰ ਲੱਗਾਂ ਘੱਲਣ, ਐਸ ਕੰਮ ਲੱਗਾਂ ਘੱਲਣ। ਕਿਉਂ ਭਾਈ, ਕਿਉਂ ਜਿਹੜੇ ਉਹਨੇ ਦੱਸਿਆ ਵਮਾ ਖਲਕਤੁਲ ਜਿੰਨਾ ਵਲ ਇੰਸਾ ਇਲਾ ਲਿਯਅਬੁਦੂਨ, ਤੁਹਾਨੂੰ ਘੱਲਿਆ ਆਪਣੀ ਇਬਾਦਤ ਵਾਸਤੇ। ਉਹ ਅੱਲਾਹ ਪਾਕ ਨੇ ਸਿਰਫ ਆਪਣੀ ਇਬਾਦਤ ਵਾਸਤੇ ਘੱਲੇ ਹੀ ਇਸ ਵਾਸਤੇ। ਇੱਕ ਜਗ੍ਹਾ ਤੇ ਨਹੀਂ ਕਈ ਜਗ੍ਹਾ ਤੇ ਆਖਿਆ ਸੀ ਮੈਂ ਆਪਣੀ ਇਬਾਦਤ ਵਾਸਤੇ ਕਰਨ ਲੱਗਾ, ਤੈਨੂੰ ਮੈਂ ਘੱਲਣ ਲੱਗਾ ਆਪਣੀ ਇਬਾਦਤ ਵਾਸਤੇ। ਕਿਉਂ ਨਹੀਂ? ਅੱਲਾਹ ਦੀ ਇਬਾਦਤ ਕਿਹਨੂੰ ਆਂਦੇ ਨੇ? ਅੱਲਾਹ ਦੀ ਇਬਾਦਤ ਵਕਤ ਦੇ ਨਬੀ अलैहिस्सलातु वस्सलाम ਦੀ ਅਤਾਅਤ ਕਰਨਾ, ਵਕਤ ਦੇ ਨਬੀ अलैहिस्सलातु वस्सलाम ਦੀ ਗੱਲ ਮੰਨਣੀ ਹੈ ਅੱਲਾਹ ਦੀ ਇਬਾਦਤ। ਅੱਲਾਹ ਦੀ ਇਬਾਦਤ ਕਿਹਨੂੰ ਆਂਦੇ ਨੇ? ਵਕਤ ਦੇ ਨਬੀ ਦੀ ਅਤਾਅਤ ਕਰਨਾ, ਵਕਤ ਦੇ ਨਬੀ ਦੀ ਗੱਲ ਮੰਨਣੀ। ਜਿਨ੍ਹਾਂ ਵਕਤ ਦੇ ਨਬੀ ਦੀ ਗੱਲ ਮੰਨੀ ਉਹਨਾਂ ਅੱਲਾਹ ਦੀ ਇਬਾਦਤ ਕੀਤੀ, ਜਿਨ੍ਹਾਂ ਵਕਤ ਦੇ ਨਬੀ ਦੀ ਗੱਲ ਨਹੀਂ ਮੰਨੀ। ਆਦਮ अलैहिस्सलातु वस्सलाम ਜਦੋਂ ਦੇ ਇਨਸਾਨ ਹੋਣੇ ਸ਼ੁਰੂ ਹੋਏ ਨੇ ਉਦੋਂ ਦਾ ਇੱਕ ਹੀ ਕਾਇਦਾ ਕੁੜੀਆਂ, ਇੱਕ ਹੀ ਕਾਇਦਾ ਕੁੜੀਆ ਕਾਨੂੰਨ, ਇੱਕ ਹੀ ਅੱਲਾਹ ਪਾਕ ਦਾ ਇੱਕ ਹੀ ਕਾਨੂੰਨ ਅੱਲਾਹ ਪਾਕ ਨੇ ਬੰਨਿਆ। ਜੋ ਵਕਤ ਦੇ ਨਬੀ ਦੀ ਗੱਲ ਮੰਨੋ ਤਾਂ ਤੁਹਾਂ ਮੇਰੀ ਗੱਲ ਮੰਨੀ, ਤੋ ਵਕਤ ਦੇ ਨਬੀ ਦੀ ਗੱਲ ਨਾ ਮੰਨੀ ਤਾਂ ਮੈਂ ਤੁਹਾਡੇ ਨਾਰਾਜ਼ ਹਾਂ, ਤੇ ਜੇ ਵਕਤ ਦੇ ਨਬੀ ਦੀ ਗੱਲ ਮੰਨੋਗੇ ਤਾਂ ਮੈਂ ਤੁਹਾਡੇ ਰਾਜ਼ੀ। ਕਿਉਂ ਜੀ? ਵਕਤ ਦੇ ਨਬੀ ਦੀ ਗੱਲ ਮੰਨਣਾ ਇਹ ਵੀ ਅੱਲਾਹ ਦੀ ਇਬਾਦਤ। ਵਕਤ ਦੇ ਨਬੀ ਦੀ ਗੱਲ ਮੰਨਣਾ ਇਹ ਵੀ ਅੱਲਾਹ ਦੀ ਇਬਾਦਤ। ਕਿਉਂ ਭਾਈ? ਜਿਨ੍ਹਾਂ ਨੂਹ अलैहिस्सलातु वस्सलाम ਦੀ ਗੱਲ ਮੰਨੀ ਕਾਮਯਾਬ, ਜਿਨ੍ਹਾਂ ਨਾ ਮੰਨੀ ਨਕਾਮ। ਜਿਨ੍ਹਾਂ ਇਬਰਾਹੀਮ अलैहिस्सलातु वस्सलाम ਦੀ ਗੱਲ ਮੰਨੀ ਕਾਮਯਾਬ, ਜਿਨ੍ਹਾਂ ਨਾ ਮੰਨੀ ਨਕਾਮ। ਜਿਨ੍ਹਾਂ ਮੂਸਾ अलैहिस्सलाम ਦੀ ਗੱਲ ਮੰਨੀ ਕਾਮਯਾਬ, ਜਿਨ੍ਹਾਂ ਨਾ ਮੰਨੀ। ਜਿਨ੍ਹਾਂ ਵਕਤ ਦੇ ਨਬੀ ਦੀ ਗੱਲ ਮੰਨੀ ਕਾਮਯਾਬ, ਜਿਨ੍ਹਾਂ ਨਾ ਮੰਨੀ ਉਹ ਨਕਾਮ। ਪਰ ਸਾਰਾ ਕਾਇਦਾ ਕੁੜੀਆ ਕਾਨੂੰਨ ਹੀ ਹੈ। ਅੱਲਾਹ ਪਾਕ ਨੇ ਕੁਰਾਨ ਪਾਕ ਵਿੱਚ ਸਾਰੇ ਕਿੱਸੇ ਸੁਣਾਏ ਨੇ, ਕੁਰਾਨ ਪਾਕ ਵਿੱਚ ਪਿਛਲੀਆਂ ਕੌਮਾਂ ਦੇ ਵਾਕਿਆਤ ਸੁਣਾਏ ਨੇ ਸਾਰੇ, ਉਹ ਸਾਨੂੰ ਸਾਰੇ ਸੁਣਾਏ। ਕੁਰਾਨ ਪਾਕ ਸਾਡੀ ਕਿਤਾਬ ਜਿਹੜੀ ਹੈ ਸੱਚੀ ਕਿਤਾਬ ਹੈ। ਇਹਦੇ ਵਿੱਚ ਅੱਲਾਹ ਪਾਕ ਨੇ ਅਸਲ ਜਨਾ ਸਾਨੂੰ ਲੱਗ ਗਿਆ ਭੁਲੇਖਾ। ਸੂਰਤ ਯਾਸੀਨ ਇਸ ਵਾਸਤੇ ਸਮਝ ਰਹੀ ਹੈ ਕਿ ਬੰਦਾ ਮਾਰਨ ਵਾਸਤੇ। ਅਸਲ ਵਿੱਚ ਕੁਰਾਨ ਪਾਕ ਆਇਆ ਸੀ ਨਸੀਹਤ ਵਾਸਤੇ। ਇਹਨੇ ਸਮਝ ਲਿਆ, ਕਈਆਂ ਸਮਝ ਲਿਆ ਰਾਗ ਲਾਉਣ ਵਾਸਤੇ। ਰਾਗ ਲਾਓ ਭਾਈ ਬਾਬਾ ਬਣਾ ਕੇ। ਅਸਲ ਵਿੱਚ ਇਹ ਵਾਸਤੇ ਕੁਰਾਨ ਪਾਕ ਤੇ ਆਇਆ ਸੀ ਇਸ ਵਾਸਤੇ। ਉਹਦੇ 'ਚ ਕੌਮਾਂ ਦੇ ਵਾਕਿਆਤ ਨੇ, ਉਹ ਵਾਕਿਆਤ ਸੁਣਾਏ ਨੇ ਸਾਨੂੰ। ਸਾਡੇ 'ਚੋਂ ਕੁਝ ਬੰਦੇ ਕਾਮਯਾਬੀ ਸਮਝਦੇ ਨੇ ਜ਼ਿਮੀਂਦਾਰੀ 'ਚ, ਵਾਹੀ 'ਚ। ਉਹਨਾਂ ਨੂੰ ਸਮਝਾਉਣ ਵਾਸਤੇ ਅੱਲਾਹ ਪਾਕ ਨੇ ਕੌਮੇ ਸਬਾਹ ਦਾ ਕਿੱਸਾ ਬਿਆਨ ਕੀਤਾ ਕਿ ਵਾਹੀ 'ਚ ਕਾਮਯਾਬੀ ਨਹੀਂ ਹੈ, ਦੀਨ 'ਚ ਕਾਮਯਾਬੀ ਨਹੀਂ। ਕੋਈ ਸਾਡੇ 'ਚੋਂ ਬੰਦੇ ਕਾਮਯਾਬੀ ਸਮਝਦੇ ਨੇ ਹਕੂਮਤ 'ਚ, ਉਹਨਾਂ ਨੂੰ ਸਮਝਾਉਣ ਵਾਸਤੇ ਅੱਲਾਹ ਪਾਕ ਨੇ ਨਮਰੂਦ ਦਾ ਕਿੱਸਾ ਬਿਆਨ ਕੀਤਾ ਕਿ ਉਹ ਹਕੂਮਤ 'ਚ ਕਾਮਯਾਬੀ ਨਹੀਂ ਹੈ, ਦੀਨ 'ਚ ਕਾਮਯਾਬੀ ਹੈ। ਕੋਈ ਸਾਡੇ 'ਚੋਂ ਬੰਦੇ ਕਾਮਯਾਬੀ ਸਮਝਦੇ ਨੇ ਤਾਕਤ 'ਚ, ਉਹਨਾਂ ਨੂੰ ਸਮਝਾਉਣ ਵਾਸਤੇ ਅੱਲਾਹ ਪਾਕ ਨੇ ਕੌਮੇ ਆਦ ਦਾ ਕਿੱਸਾ ਬਿਆਨ ਕੀਤਾ। ਕੋਈ ਸਾਡੇ 'ਚੋਂ ਕਾਮਯਾਬੀ ਸਮਝਦੇ ਨੇ ਮਾਲ 'ਚ, ਕਾਹਦੇ 'ਚ? ਰੁਪਈਏ ਮਾਲ। ਉਹਨੂੰ ਸਮਝਾਉਣ ਵਾਸਤੇ ਅੱਲਾਹ ਪਾਕ ਨੇ ਕਿਹਦਾ ਕਿੱਸਾ ਬਿਆਨ ਕੀਤਾ? ਕਾਰੂਨ ਦਾ ਕਿੱਸਾ ਬਿਆਨ ਕੀਤਾ। ਬੜਾ ਮਾਲ ਸੀ ਉਹਦਾ। ਕੁਝ ਬੰਦੇ ਕਾਮਯਾਬੀ ਸਮਝਦੇ ਨੇ ਤਜਾਰਤ 'ਚ, ਉਹਨਾਂ ਨੂੰ ਸਮਝਾਉਣ ਵਾਸਤੇ ਅੱਲਾਹ ਪਾਕ ਨੇ ਕੌਮੇ ਸ਼ੁਐਬ ਦਾ ਕਿੱਸਾ ਬਿਆਨ ਕੀਤਾ। ਯਾਨੀ ਜਿਹੜੇ ਨਕਸ਼ੇ 'ਤੇ ਅਸੀਂ ਕਾਮਯਾਬੀ ਸਮਝਦੇ ਪਰ ਸਾਰੀਆਂ ਗੱਲਾਂ ਆਪਣੇ ਸਰਾਫੀਆਂ ਕੁਰਾਨ ਪਾਕ। ਤੁਹਾਡੀ ਕਾਮਯਾਬੀ ਸਿਰਫ ਦੀਨ 'ਚ, ਵਕਤ ਦੇ ਨਬੀ ਦੀ ਇਤਾਅਤ ਕਰਨੇ 'ਚ। ਮੁਲਕ ਮਾਲ ਚੀਜ਼ਾਂ ਉਹਦਾ ਡਿਗਰੀ ਜ਼ਿਮੀਂਦਾਰਾ ਤੁਹਾਡੇ ਕੋਲ ਮਾਲ ਆ ਜਾਏ, ਕਾਮਯਾਬੀ ਕਿਧਰੋਂ ਨਹੀਂ ਤੁਹਾਨੂੰ ਮਿਲਣੀ ਸਿਵਾਏ ਦੀਨ ਤੋਂ। ਕਿਉਂ ਜੀ? ਤਾਂ ਇਸ ਵਾਸਤੇ ਨਾ ਤੁਹਾਡੇ ਕੀ ਕਰਨੀ ਸੀ ਤਰਲਾ। ਆ ਬਿਆਨ ਤਕਰੀਰ ਕਰਨ ਨਹੀਂ ਆਇਆ ਤੁਹਾਡੇ ਪਿੰਡ ਮੈਂ ਆਇਆ ਵਾਂ ਤਰਲਾ ਕਰਨ। ਆਏ ਵੀ ਰੱਬ ਕੋਲੋਂ ਤੇ ਜਾਣਾ ਵੀ ਉਹਦੇ ਕੋਲੇ। ਕੋਈ ਬੰਦਾ ਸਾਡੇ 'ਚੋਂ ਭੱਜ ਨਹੀਂ ਸਕਦਾ, ਲੁਕ ਨਹੀਂ ਸਕਦਾ, ਨਿਕਲ ਨਹੀਂ ਸਕਦਾ, ਛੁਪ ਨਹੀਂ ਸਕਦਾ। ਉਹਦੇ ਕੋਲੋਂ ਆਏ ਆ ਤੇ ਉਹਦੇ ਮੱਥੇ ਲੱਗਣਾ ਪੈਣਾ, ਗੱਲ ਹੈ ਪੱਕੀ। ਉਹਨੇ ਘੱਲਿਆ ਜਿਹੜੇ ਕੰਮ ਜਿਹੜਾ ਸਾਡੇ 'ਚੋਂ ਕਰਕੇ ਗਿਆ, ਉਹਨੇ ਘੱਲਿਆ ਆਪਣੀ ਇਬਾਦਤ ਵਾਸਤੇ। ਅੱਲਾਹ ਦੀ ਇਬਾਦਤ ਆਉਂਦੇ ਨੇ ਸੋਹਣੇ ਨਬੀ अलैहिस्सलातु वस्सलाम ਵਾਲੀ ਜ਼ਿੰਦਗੀ ਨੂੰ। ਅੱਲਾਹ ਦੀ ਇਬਾਦਤ ਆਉਂਦੇ ਨੇ ਨਬੀ अलैहिस्सलातु वस्सलाम ਦੀ ਇਤਾਅਤ ਕਰਨਾ। ਤੇ ਸਾਡੇ ਨਬੀ ਹਜ਼ਰਤ ਮੁਹੰਮਦ सल्लल्लाहु अलैहि वसल्लम ਨੇ ਔਰ ਆਪ सल्लल्लाहु अलैहि वसल्लम ने कोई गल छड्डी नहीं जी दसी ना हो, कोई गल छड्डी नहीं जी दसी, सारी गल दस दी। शादी इस तरह करनी, गमी इस तरह करनी, खुशी इस तरह करनी, कपड़े इस तरह पाने नहीं, जामत इस तरह जामत इस तरह करानी, लिबास इस तरह पानी, बच्चे की शादी करनी इस तरह करनी, दुकानदारी इस तरह करनी, सौदा इस तरह बेचनी, इस तरह खरीदना ही।
ਕੋਈ ਗੱਲ ਛੱਡੀ ਨਹੀਂ। ਸੌਣ ਦਾ ਤਰੀਕਾ, ਕੱਪੜੇ ਪਾਉਣ ਦਾ ਤਰੀਕਾ, ਰੋਟੀ ਖਾਣ ਦਾ ਤਰੀਕਾ, ਸੌਣ ਦਾ, ਸਾਰੀ ਗੱਲ। ਮਾਸ਼ਰਤ ਕਿਸ ਤਰ੍ਹਾਂ ਕਰਨੀ ਹੈ, ਮਾਮਲਾਤ ਕਿਸ ਤਰ੍ਹਾਂ ਕਰਨੇ ਨੇ, ਵਜ਼ਾਰਤ ਕਿਸ ਤਰ੍ਹਾਂ ਕਰਨੀ ਹੈ, ਸਦਾਰਤ ਕਿਸ ਤਰ੍ਹਾਂ ਕਰਨੀ ਹੈ, ਬਾਦਸ਼ਾਹ ਬਣਨਾ ਫਿਰ ਕਿਸ ਤਰ੍ਹਾਂ ਕਰਨਾ ਹੈ, ਸਾਰੀ ਗੱਲ ਦੱਸ ਦਿੱਤੀ। ਕੋਈ ਗੱਲ ਸੋਹਣੇ ਨਬੀ ਦਾ ਸਲਾਮ ਸਾਡੇ ਕੋਲ ਲਗਾਈ ਨਹੀਂ। ਉਹ ਹਜ਼ੂਰ ਵਾਲੀ ਜ਼ਿੰਦਗੀ ਅੱਲਾ ਦੀ ਇਬਾਦਤ ਹੈ। ਉਹ ਜਿਹੜਾ ਗੱਲ ਦੱਸੀ ਉਹ ਅੱਲਾ ਦੀ ਇਬਾਦਤ ਹੈ। ਕਿਉਂ ਭਾਈ? ਤੇ ਫਿਰ ਕਿੰਨੀ ਕੁ ਮੰਨਨੇ ਆਪਾਂ ਨਬੀ ਦਾ ਸਲਾਮ ਦੀ ਗੱਲ ਕਿੰਨੀ ਕੁ? ਸ਼ਾਦੀ ਕਰਨ ਦਾ ਤਰੀਕਾ ਦੱਸਿਆ, ਬੱਚੇ ਦੀ ਸ਼ਾਦੀ ਕਰਨੀ ਹੈ ਇਸ ਤਰ੍ਹਾਂ ਕਰੀ, ਦੱਸਿਆ ਤਰੀਕਾ। ਕਿਉਂ ਭਾਈ? ਇਹੀ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ। ਹਜ਼ੂਰ ਦੀ ਕਿੰਨੀ ਕੁ ਮੰਨਦੇ ਆਪਾਂ ਗੱਲ? ਉਹ ਮੈਂ ਅਗਲੇ ਦਿਨ ਨਾ ਇੱਕ ਤਾਂ ਵਿਆਹ ਤੇ ਉੱਥੇ ਬੋਰਡ ਥੱਲੇ ਬੈਠੇ ਹਨ ਮੱਛੀਆਂ ਡਾਹ ਕੇ, ਮੈਂ ਗਿਆਗਾ ਤਾਂ ਟੱਪ ਵਿੱਚ ਕੋ ਉੱਥੇ ਪਿਆ ਤੇ ਉਹਦੀ ਵਾਹਵਾ ਟੋਪੀਆਂ ਟਾਪੀਆਂ ਪਾਈਆਂ ਉਹਨੇ ਵਿੱਚ ਮੁੰਡਿਆਂ ਉਹਨਾਂ ਦੇ ਅੱਬਾ ਜੀ ਉਹਨਾਂ ਦੇ ਵੱਡੀ ਵੱਡੀ ਦਾੜੀ ਦੇ ਨਾਲ ਕੰਮ ਸੀ। ਉਹ ਟੱਪ ਪਾਇਆ ਤੇ ਮੈਂ ਆ ਗਿਆ ਪੁੱਛਿਆ, ਮੈਂ ਕਿਹਾ ਕੀ ਗੱਲ ਆ ਜਿਹੜਾ ਰੌਲਾ ਟੱਪਾਂ 'ਚ ਕੀ ਆ ਕੇ ਹੋਣਾ? ਮੁੰਡਾ ਉਹਨਾਂ ਦਾ ਉਹਨੇ ਆਖਿਆ ਮੀਰ ਸਾਹਿਬ ਵਿਆਹ ਪਿਆਉਂਦੇ ਮੀਰ ਸਾਹਿਬ ਖੁੱਲੀ ਪਾਈ ਇਹ ਟੱਪਾਂ 'ਚ, ਇਹ ਨਹੀਂ ਬੋਲਣ ਬਾਦਲਾਂ ਨਾਲ ਆਂਦਾ ਟੱਪਾਂ 'ਚ ਹੀ ਪਾਈ ਜੀ ਖੁੱਲੀ। ਕਿਉਂ ਭਾਈ? ਇਸ ਤਰ੍ਹਾਂ ਹਜ਼ੂਰ ਨੇ ਦੱਸਿਆ ਤਰੀਕਾ ਵਿਆਹ ਕਰਨ ਦਾ। ਕਿਉਂ ਹੈ? ਕਿ ਵੈਰਾ ਦੱਸਿਆ ਜੇ ਨਬੀ ਦੀ ਗੱਲ ਮੰਨਦੇ ਪਿਆ ਕਿ ਆਪਨੇ ਦੱਸਿਆ ਇਸ ਤਰ੍ਹਾਂ ਸ਼ਾਦੀ ਕਰੀਏ, ਟੱਪਾਂ 'ਚ ਪਾਈ ਫਿਰਦਾ। ਯਾਨੀ ਉਹ ਨਾ ਇਹ ਨਾ ਇੰਜ ਨਾ ਕਰੀਏ, ਆਪਣੀ ਮਰਜ਼ੀ ਨਾ ਕਰੀਏ। ਜਾਮਤ ਕਰਾਉਣ ਦਾ ਤਰੀਕਾ ਦੱਸਿਆ ਹਜ਼ੂਰ ਨੇ, ਇੱਥੋਂ ਬਾਹਰ ਲਵਾਈ ਇੱਥੋਂ ਨਾ ਲਵਾਈ। ਕੀ ਖਿਆਲ ਉਹਨਾਂ ਦੀ ਮੰਨਨੇ ਆਪਾਂ ਗੱਲ? ਜਾਮਤ ਕਰਾਉਣ ਜਾਂਦਾ ਤੇ ਉੱਥੇ ਉਹਨਾਂ ਬਾਹਰ ਵਾਲੇ ਪਾਸੇ ਫੋਟੋਆਂ ਲਾਈਆਂ ਨੇ, ਬਾਹਰ ਵਾਲੇ ਪਾਸੇ ਫੋਟੋਆਂ ਲਾਈਆਂ ਹੁੰਦੀਆਂ ਨੇ ਉਹਦੇ ਮਾਮ ਦੇ ਨਾ, ਵੇਖਿਆ ਨੇ ਕਦੀ? ਉਹ ਕੌਲਾ ਜਾਮਤ, ਬਾਂਦਰ ਜਾਮਤ, ਪਿਆਲਾ ਜਾਮਤ ਕਿਹੜੀ ਕਰਾਉਣੀ ਹੈ? ਆਪਣੀ ਮਰਜ਼ੀ ਕਰਦੇ ਫਿਰਦੇ। ਉਹ ਨਾ ਕੋਈ ਗੱਲ ਛੱਡੀ ਨਹੀਂ ਸੋਹਣੇ ਨਬੀ अलैहिस्सलाम ਜਿਹੜੀ ਦੱਸੀ ਨਾ ਹੋਵੇ। हजूर अलैहिस्सलाम सच्चे नबी, सब तो बड़े दनाज, सब तो बड़ी हस्ती, सब तो बड़े समझदार, सब तो बड़े सैहदान, सब तो बड़े समझदार हजरत मोहम्मद सल्लल्लाहु अलैहि वसल्लम। क्यों मैं हजूर ने कोई गल छड्डी जी दसी ना हो सानू, तो फिर अपनी मर्जी करनी चाहिए। सानू अपनी मर्जी ਨਾਲ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਕਿ ਉਹਨਾਂ ਦੀ ਮਰਜ਼ੀ ਕਰਨੀ ਚਾਹੀਦੀ ਹੈ? ਅਸੀਂ ਕੀ ਕਰਨੇ ਆਪਾਂ? ਅਸੀਂ ਆਪਣੀ ਮਰਜ਼ੀ। ਉਹਨਾਂ ਆਖਿਆ ਮਿਲਾਵਟ ਨਾ ਕਰੀ। आपने फरमाया मिलावट ना करी। ਅਸੀਂ ਕੀ ਕਰਨੇ ਹੋ ਪਏ? ਉਹਨਾਂ ਚਿਰ ਦੁੱਧ 'ਚ ਪਾਣੀ ਪਾਈ ਹੁੰਦਾ ਜਿੰਨਾ ਚਿਰ ਚਟਿਆਈ ਨਾ ਮਰੇ। ਪਿਛਲਾ ਵੀ ਪਾਉਂਦਾ, ਉਦੋਂ ਅਗਲਾ ਵੀ, ਉਦੋਂ ਅਗਲਾ ਵੀ। ਉਹ ਤਾਂ ਦੁੱਧ ਦੀ ਭਾਜੀ ਜਿਹੜਾ ਚਿੱਟਾ ਰਹਿੰਦਾ, ਇਹ ਕਸਰ ਨਹੀਂ ਛੱਡਦਾ। ਯਾਨੀ ਮਿਲਾਵਟ। ਉਹ ਛੋਲਿਆਂ ਦੇ ਟਰੱਕ ਨੂੰ ਪਾਣੀ ਪਾ ਲਾਉਣ ਉੱਥੇ ਮਨ ਵਾਲੇ ਪੰਪ ਦੇ ਨਾ, ਉਹ ਸਰਵਿਸ ਸਟੇਸ਼ਨ 'ਤੇ ਖਿਲਾਰ ਕੇ ਨਾ ਤੈਨੂੰ ਪਾਣੀ ਪਾ ਲਾਉਣ। ਅਤੇ ਮੈਂ ਕੋਲੋਂ ਲੰਘਿਆ ਅਤੇ ਮੈਂ ਖਿਲਾਰ ਕੇ ਸਕੂਟਰ 'ਤੇ ਮੈਂ ਪੁੱਛਿਆ, ਮੈਂ ਕਿਹਾ ਭਾਜੀ ਕੀ ਗੱਲ ਟਰੱਕ ਨੂੰ ਗੁਸਲ ਪਾ ਕਰਾਉਂਦੇ ਹੋ, ਕੀ ਗੱਲ ਹੈ? ਉਹਨੇ ਆਖਿਆ ਮੌਲਵੀ ਤੁਹਾਡੇ ਵਾਲਾ ਕੰਮ ਨਹੀਂ, ਚਲੋ ਤੁਹਾਡੇ ਵਾਲਾ ਕੰਮ ਨਹੀਂ। ਇਹ ਕੀ ਬਕ ਹਰੇ ਛੋਲੇ ਪੁੱਟ ਕੇ ਲਿਆਉਂਦੇ ਹੋਣੇ ਤੇ ਉਹਨੂੰ ਪਾਣੀ ਪਾ ਲਾਉਂਦੇ ਹੋਣੇ ਮੰਡੀ ਦੇ ਕੋਲ ਲਿਆ। ਅੱਛਾ ਇਹ ਕੀ ਬਾ ਕਰਦੇ ਹੋਣੀ ਭਲਾ? ਇਹ ਵਜਨ ਵਧਾ। ਯਾਨੀ ਮੱਝ ਤੀਜੇ ਸੂਏ, ਦੂਜੇ ਤੀਜੇ ਸੂਏ ਝੋਟੀ ਸਿੰਗੀਆਂ ਰਗੜ ਕੇ ਪਹਿਲੀ ਝੋਟੀ ਬਣਾ ਕੇ ਜਾ ਕੇ ਵੇਚ ਛੱਡਦਾ ਮੰਡੀ। ਪਹਿਲੀ ਝੋਟੀ ਸਿੰਗੀਆਂ ਰਗੜ ਉੱਥੇ ਉਹ ਡਾਲਿਆਂ ਵਾਲੀ ਰਗੜਦੇ ਹਨ। ਮੈਂ ਉਦੋਂ ਕੋਲੋਂ ਲੰਘਿਆ ਤੇ ਮੈਂ ਖਿਲਾਰ ਕੇ ਮੈਂ ਪੁੱਛਿਆ, ਮੈਂ ਕਿਹਾ ਭਾਜੀ ਇਹ ਕੀ ਕਰਦੇ ਹੋ? ਉਹਨੇ ਆਖਿਆ ਤੁਹਾਡੇ ਵਾਲਾ ਕੰਮ ਨਹੀਂ, ਚਲੋ ਮੋੜ ਲੀਜੀਏਗਾ। ਪਤਾ ਸੀ ਮੈਨੂੰ ਕੀ ਕਰਦੇ ਹੁਣ ਮੈਂ ਕਿਹੜਾ ਸ਼ਹਿਰੀ ਬਾਬੂ, ਮੈਂ ਪੇਂਡੂ ਹਾਂ, ਮੈਨੂੰ ਪਤਾ ਸੀ ਕੀ ਕਰਦੇ ਨੇ। ਕਿਉਂ ਭਾਈ ਨਬੀ ਦੀ ਗੱਲ ਮੰਨਦੇ ਆਪਾਂ? ਆਪ ਨੇ ਫਰਮਾਇਆ ਮਿਲਾਵਟ, ਇਹ ਕੀ ਕਰਨੇ ਆਪਾਂ? ਇਹਨੂੰ ਉਹ ਆਪਣੀਆਂ ਮਰਜ਼ੀਆਂ ਕਰਨੇ ਆਪਾਂ। ਹਾਲਾਂਕਿ ਹਜ਼ੂਰ ਨੇ ਕੋਈ ਗੱਲ ਛੱਡਣੀ ਜਿਹੜੀ ਦੱਸੀ ਨਾ ਹੋਵੇ। ਉਹ ਨਬੀ अलैहिस्सलाम ਵਾਲੀ ਜ਼ਿੰਦਗੀ ਜਿਹੜੀ ਉਹ ਅੱਲਾ ਦੀ ਇਬਾਦਤ ਹੈ। ਜੇ ਆਏ ਪਹਿਲੀ ਗੱਲ ਕੀ ਕੀਤੀ, ਆਏ ਵੀ ਰੱਬ ਕੋਲੋਂ ਤੇ ਜਾਣਾ ਵੀ, ਤੇ ਜਿਹੜਾ ਸਾਡੇ ਚੋਂ ਇਬਾਦਤ ਕਰਕੇ ਗਿਆ ਉਹਨੂੰ ਸ਼ਾਬਾਸ਼ ਮਿਲਣੀ ਹੈ ਜਿਹਦਾ ਨਾਂ ਜੰਨਤ ਹੈ। ਤੇ ਜਿਹੜਾ ਨਾ ਕਰਕੇ ਗਿਆ ਉਹਦਾ ਮਾਂਜਾ ਲੈਣਾ ਚੰਗਾ ਬਣਾ ਕੇ, ਚਾਂਦੇ ਲਿੱਤਰੋ ਲਿੱਤਰੀ ਜੁੜ ਫਰਿਸ਼ਤਿਆਂ ਜਾਣਾ। ਉਹਨਾਂ ਨੇ ਵੇਖਣਾ ਚੀਮਾ ਚੱਠਾ ਕਰਾਇਆ ਮੁਗਲ ਪੱਟੀ ਜੱਟ ਵੱਟ, ਉਹਨਾਂ ਨੇ ਵੇਖਣਾ ਕਰਨਲ ਸਾਹਿਬ ਨੇ ਜਨਰਲ ਸਾਹਿਬ ਨੇ ਪਾਰ ਲੰਮਿਆ ਲੈਣਾ। ਇਹ ਵਾਸਤੇ ਤਰਲਾ ਕਰਨਾ ਸੀ ਵੀ ਆਏ ਵੀ ਉਹਦੇ ਕੋਲੋਂ ਤੇ ਜਾਣਾ ਵੀ, ਐਵੇਂ ਕਿਰੇ ਨਾ ਤੇ ਮਾਂਜਾ ਨਾ ਲਵਾ ਲਈਏ, ਕਿ ਕੰਡ ਕੁੱਟੀ ਜਾਣੀ ਬੜੀ ਜਈ। ਉਹਨੇ ਜੋ ਘੱਲਿਆ ਉਹਨੇ ਮੋਟੀ ਜੀ ਗੱਲ ਹੈ। ਇਹਨੇ ਘੱਲਿਆ ਜਾ ਬਈ ਮੁੰਡੇ ਨੂੰ ਘੱਲਿਆ ਜਾ ਬੋਤਲ ਲਿਆ ਦੁਕਾਨ ਤੋਂ, ਪ੍ਰਾਹੁਣਾ ਆਇਆ ਤੇ ਬੋਤਲ ਠੰਡੀ ਲਿਆ ਇਹਨੂੰ ਪਿਆਈਏ। ਪੈਸੇ ਦੇ ਘੱਲਿਆ ਉਹ ਰਾਹ 'ਚ ਮੁੰਡੇ ਬਾਂਡੇ ਖੇਡਦੇ ਹਨ, ਉਹ ਪੈਸੇ ਦੇ ਬਾਂਡੇ ਲੈ ਕੇ ਬਾਂਡੇ ਖੇਡ ਲੱਗ ਪਿਆ।
ਬਾਡੇ ਖੇਡ ਲੱਗ ਪਿਆ, ਵਾਰੀ ਆ ਗਈ ਨਿਸ਼ਾਨੇ ਖੋਲ ਜਿਹੜਾ ਪਤਾ ਜੀ ਕੋਈ ਹੁੰਦਾ ਸਾਰਿਆਂ ਕੋਲੋਂ ਜੁੱਤ ਕੇ ਝੋਲੀ 'ਚ ਪਾਇਆ, ਉਹ ਛੜਕਾਉਂਦਾ ਆਪਣੇ ਕੋਲ ਆਪਾਂ ਸਵਾਰ ਸਾਰਿਆਂ ਕੋਲੋਂ ਜੁੱਤ ਲਿਆ ਤੇ ਅੱਬੇ ਕਿੱਥੇ ਘੱਲੇ ਕਰੋ ਇਹ ਕੀ ਲਈ ਆਉਂਦਾ ਜੀ ਜੱਬਾ ਵੇਖ ਕੇ ਖੁਸ਼ ਹੋਵੇਗਾ। ਮਾਂਜਾ ਲਾਣਾ ਤੂੰ ਫੜ ਕੇ ਤੈਨੂੰ ਘੱਲਿਆ ਕਿਹੜੇ ਕੰਮ ਸੀ, ਜਦੋਂ ਤੈਨੂੰ ਆਖ ਕੇ ਘੱਲਿਆ ਬੋਤਲ ਲਿਆ ਕਿਉਂ ਭਾਈ? ਰੱਬ ਸਾਨੂੰ ਕਿਹਨੇ ਘੱਲਿਆ? ਕਾਹਦੇ ਵਾਸਤੇ ਘੱਲਿਆ ਤੂੰ? ਇਹ ਕਿਵੇਂ ਕਰੀ ਜਾਂਦੇ ਹੋ? ਤੇ ਬੜਾ ਰਾਜੀ ਹੋਇਆ ਹੈ ਭਾਈ, ਕੁਰਲੀ ਬਣਾ ਕੇ ਨਾ 50 ਡੰਗਰਾਂ ਦੀ, ਬੱਲੇ ਬੱਲੇ ਹੁਣ ਬੜਾ ਠੱਡ ਵੱਜ ਗਿਆ ਸਾਡਾ। 385 ਵਾਲਾ ਟਰੈਕਟਰ ਲਿਆ ਕੇ ਦੁਆਲੇ ਫੇਰੇ ਲਾਉਂਦੇ ਨੇ ਸਾਰੇ ਘਰ ਦੇ ਜੀ, ਬੇਬੇ ਪਤਾਸੇ ਵੜਦੀ ਫਿਰਦੀ ਬੱਲੇ ਬੱਲੇ ਭਾਈ ਸਾਡੇ ਵੱਡੇ ਟਰੈਕਟਰ ਲੈ ਕੋਠੀ ਬਣਾ ਕੇ ਉੱਤੇ ਲਿਖਦਾ ਆ ਜਾ ਮੈਨੂੰ ਫਜਲੇ ਰੱਬੀ। ਦੱਸੋ ਭਾਈ ਤੇਰੀ ਕੋਠੀ ਵੇਖਣੀ ਹੈ ਅੱਬੇ ਨੇ ਬਾਡੇ ਵੇਖਣੇ ਹਣੀ ਐਵੇਂ ਨਾ ਮੇਰੀ ਸੁਣੋ ਗੱਲ, ਬਿਆਨ ਤਕਰੀਰ ਕਰਨ ਨਹੀਂ ਆਇਆ ਮੈਂ ਤੁਹਾਡੇ ਪਿੰਡ, ਮੈਂ ਆਇਆ ਤਰਨਾ ਕਰਨ। ਉਹਦੇ ਕੋਲੋਂ ਆਏ ਆ ਤੇ ਉਹਦੇ ਕੋਲ ਜਾਣਾ ਹੈ, ਐਵੇਂ ਮਾਂਜਾ ਨਾ ਲਵਾ ਲਈਏ ਕਿਰੇ ਉੱਥੇ। ਤੇ ਮਾਂਜਾ ਲੱਥਣਾ ਬੜਾ ਜਿਹਾ ਅੰਨੇ ਦੇ ਬੋਲੇ ਫਰਿਸ਼ਤੇ ਉਹਨੇ ਛੱਡ ਦੇਣੇ ਨੇ ਉੱਤੇ ਚੋਰੀ, ਉਹਨਾਂ ਵੇਖਣਾ ਹੀ ਨਹੀਂ ਕਿਉਂ ਭਾਈ? ਤੇ ਜੇ ਕਰਕੇ ਗਿਆ ਜਿਹੜੇ ਕੰਮ ਕੱਲਿਆ ਉਹ ਜਿਹੜਾ ਸਾਡੇ ਚੋਂ ਕਰਕੇ ਗਿਆ ਉਹਨੂੰ ਮਿਲਣੀ ਹੈ ਜੰਨਤ। ਕੀ ਮਿਲਣੀ ਹੈ? ਜੰਨਤ ਮਿਲਣੀ ਹੈ। ਜੰਨਤ 'ਚ ਹੋਏ ਹੋਏ 8-5 ਜਣੇ ਨੇ ਮੌਜਾਂ, ਜੰਨਤ 'ਚ ਖਾਣ ਨੂੰ ਚੰਗਾ, ਪਾਣ ਨੂੰ ਚੰਗਾ, ਰਹਿਣ ਨੂੰ ਚੰਗਾ, ਬਹਿਣ ਨੂੰ ਚੰਗਾ, ਕੋਠੀਆਂ ਵੱਖਰੀਆਂ, ਹੋਰ 8-5 ਜਣੇ ਨੇ ਫਸਟ ਕਲਾਸ, ਬੁੱਢਿਆਂ ਨਹੀਂ ਹੋਣਾ, ਕਸ ਤਾਬ ਨਹੀਂ, ਬੁਖਾਰ ਨਹੀਂ, ਬਿਮਾਰੀ ਨਹੀਂ ਜੰਨਤ ਦੇ ਵਿੱਚ। ਕਦੀ ਗੋਡਿਆਂ ਦੀ ਗਰੀਸ ਨਹੀਂ ਮੁੱਕਣੀ ਇੱਥੇ, ਪਾਉਂਦੇ ਬਾਬਿਆਂ ਦੀ ਗੋਡਿਆਂ ਦੀ ਗਰੀਸ ਮੁੱਕ ਜਾ, ਇਕੱਠੇ ਹੋ ਜਾਣ, ਸਿੱਧੇ ਨਹੀਂ ਹੁੰਦੇ, ਸਿੱਧੇ ਹੋ ਜਾਣ ਇਕੱਠੇ ਨਹੀਂ ਹੁੰਦੇ, ਉਹ ਗਰੀਸ ਘਟ ਗਈ ਹੁੰਦੀ ਹੈ। ਉੱਥੇ ਕਦੀ ਬੁਢਾਪਾ ਨਹੀਂ, ਕਸ ਤਾਬ ਨਹੀਂ, ਬੁਖਾਰ ਨਹੀਂ, ਬਿਮਾਰੀ ਨਹੀਂ, ਐਡੀ ਵਧੀਆ ਜ਼ਿੰਦਗੀ ਹੋਣੀ ਹੈ ਜੰਨਤ ਦੇ ਵਿੱਚ, ਮੌਜਾਂ। ਮਕਾਨ ਸੋਨੇ ਚਾਂਦੀ ਦੀਆਂ ਇੱਟਾਂ ਦੇ, ਉਹਨਾਂ ਦਾ ਛੱਤ ਬਾਲੇ ਟੀਆਰਾ ਗਾਰਡਨ ਲੈਂਟਰ ਨਹੀਂ ਹੋਵੇਗਾ, ਅੱਲਾ ਦਾ ਅਰਸ਼ ਉਹਨਾਂ ਮਕਾਨਾਂ ਦਾ ਛੱਤ ਹੋਵੇਗਾ। ਏਡਾ ਬੀਬੀਆਂ ਹੂਰਾਂ ਓਏ ਹੋਏ ਹੋਏ ਟਸਾਂ ਕੱਢ ਦੇਣੀਆਂ ਫੜ ਕੇ ਰੱਬ ਨੇ, ਏਡੀਆਂ ਸੋਹਣੀਆਂ, ਉਹਦੇ ਚਿਹਰੇ 'ਚੋਂ ਆਪਣਾ ਚਿਹਰਾ ਨਜ਼ਰ ਆਵੇਗਾ। ਹਾਂਜੀ ਤੁਰੇਗੀ ਇੱਕ ਇੱਕ ਕਦਮ ਤੇ 100 ਦਾਵਾਂ ਵਹਾਏਗੀ, ਉਹਦਾ ਦੁਪੱਟਾ ਦੁਨੀਆ ਤੇ ਹਾਲਾਤ ਚਾਹੇ ਸਾਰੀ ਦੁਨੀਆ ਖੁਸ਼ਬੂ ਨਾਲ ਮੁੱਤਰ ਹੋ। ਏਡਾ ਠੱਡ ਵੱਜਣਾ, ਏਡਾ ਠੱਡ ਵੱਜਣਾ, ਮੌਜਾਂ। 70 ਸੂਟ ਪਾਏ ਹੋਣਗੇ ਤੇ 70 ਸੂਟਾਂ ਦੇ ਵਿੱਚੋਂ ਜਿਸਮ ਨਜ਼ਰ ਆਵੇਗਾ, ਜਿਸਮ ਦੇ ਵਿੱਚੋਂ ਦਿਲ ਨਜ਼ਰ ਆਵੇਗਾ, ਦਿਲ ਦੇ ਵਿੱਚੋਂ ਛਲਕਦੀ ਹੋਈ ਮੁਹੱਬਤ ਨਜ਼ਰ ਆਵੇਗੀ। ਕਦੀ ਬੇਫਾਹ ਨਹੀਂ ਸੋਣਾ, ਕਦੀ ਲੜਨਾ ਨਹੀਂ ਸੋ, ਉਹ ਜੰਨਤ ਵਾਲੀ ਹੂਰ ਨੇ। ਇੱਥੋਂ ਵਾਲੀ ਹੂਰ ਤੇ ਕਦੀ ਲੜ ਪੈਂਦੀ ਹੈ ਨਾ, ਅੱਬਲ ਤੇ ਰੋਜ਼ ਹੀ ਕੌਡੇ ਖੜਕਦੇ ਹੁੰਦੇ ਨੇ। 70 ਸਾਲ ਬਾਅਦ ਚਾਚਾ ਵੱਡੇ ਮੁੰਡੇ ਵਾਲ, ਬੇਬੇ ਨਿੱਕੇ ਮੁੰਡੇ ਵਾਲ, ਪੁੱਛੀਏ ਚਾਚੀ ਨਹੀਂ ਕਿੱਥੇ ਨਾ ਆਉਂਦਾ, ਮੈਂ ਨਹੀਂ ਕਦੀ ਖਵਾਈ ਹੋਣੀ। ਵੇਲੀ ਸੌਰੇ ਦਾ ਡੰਗਰਾਂ ਕੋਲ ਘਰ ਆਉਂਦਾ ਹੀ ਨਹੀਂ, ਫਿਰ ਆਉਂਦਾ ਇੱਥੇ ਹੀ ਰੋਟੀ ਦੇ ਦੇਣੋ, ਇਹ ਮਾਜਰ ਆਉਂਦੇ ਨੇ, ਪੂਰੀ ਰੋਟੀ ਦੇ ਦਿਓ ਮੈਨੂੰ, ਘਰ ਜਾ ਕੇ ਮੈਂ ਕੀ ਕਰਨਾ। ਕਿਉਂ ਭਾਈ? ਹੁਣ ਫਿਰ ਜੰਨਤ 'ਚ ਬੜੇ ਹੀ ਠੱਡ ਨੇ ਤੇ ਦੋ ਜਗ੍ਹਾ 'ਚ ਬੜਾ ਹੀ ਮਾਂਜਾ ਲੈਣਾ, ਦੋ ਹੀ ਜਗ੍ਹਾ ਨੇ। ਕੀ ਹੈ ਨੇ? ਤੀਜੀ ਥਾਂ ਹੈ ਜੀ, ਜਿੰਨੇ ਹੀ ਬੰਦੇ ਬੈਠੇ ਆ, ਜਿੰਨੇ ਲਗੇ ਫਿਰਦੇ ਨੇ, ਹਰ ਇੱਕ ਬੰਦਾ ਮਰਨ ਤੋਂ ਬਾਅਦ ਜਾਂ ਜੰਨਤ ਜਾਂ ਦੋਜ਼ਖ, ਜਾਂ ਜੰਨਤ ਜਾਂ ਦੋਜ਼ਖ, ਜਾਂ ਜੰਨਤ ਜਾਂ ਦੋਜ਼ਖ। ਐ ਨਾ ਗੱਲ ਇੱਕ ਮਿੰਟ ਜਰਾ ਕੋਈ ਵੇ ਤੁਹਾਡੇ ਕੇ ਕਰਨਾ ਹੀ ਤਰਨਾ। ਕਿਉਂ ਭਾਈ? ਫਿਰ ਅੱਜ ਤੱਕ ਜਿਹੜੀ ਅੱਲਾ ਤੇ ਅੱਲਾ ਰਸੂਲ ਦੀ ਨਾਫਰਮਾਨੀ ਹੁੰਦੀ ਰਹੀ ਹੈ ਪਿਛਾਂ, ਕਿਉਂ ਜੀ? ਉਹਦਾ ਕੀ ਕਰਨਾ ਚਾਹੀਦਾ? ਉਹਦੀ ਮਾਫੀ ਮੰਗਣੀ ਚਾਹੀਦੀ ਹੈ, ਯਾ ਅੱਲਾ ਸਾਨੂੰ। ਤੇ ਮਾਫੀ ਮੰਗਿਆ ਰਾਜੀ ਬੜਾ ਹੁੰਦਾ ਹੈ। ਉਹ ਗੁਨਾਹ ਕਰ ਲਿਆ ਹੁਣ, ਕਰ ਕਰਕੇ ਗੁਨਾਹ ਕਰ ਕਰਕੇ ਗੁਨਾਹ ਬੋਲ ਲਾਇਆ ਸੋ, ਇੱਕ ਵਾਰੀ ਮਾਫੀ ਮੰਗੇ ਤੇ ਅੱਲਾ ਰਾਜੀ ਬੜਾ ਹੁੰਦਾ ਹੈ। ਮੰਗੇ ਹੋਇਆ ਜੂ ਇਹ 99 ਬੰਦੇ ਕਤਲ ਕੀਤੇ ਹਨ, 99 ਬੰਦੇ ਮਾਰੇ ਸਭ। ਇੱਕ ਬੰਦੇ ਕੋਲ ਗਿਆ ਜਾ ਕੇ ਕਹਿੰਦਾ ਮੇਰੀ ਤੋਬਾ ਕਬੂਲ ਹੋ ਸਕਦੀ, ਉਹਨੇ ਕਿਹਾ ਕੀਤਾ ਕੀ? ਉਹਨੇ ਕਹਿੰਦਾ 99 ਬੰਦੇ। ਉਹਨੇ ਆਖਿਆ ਇੱਕ ਵਾਰ ਜੇ ਨਹੀਂ ਹੁੰਦੀ, ਤੂੰ 99 ਮਾਰ ਬੈਠਾ, ਤੇਰਾ ਕੰਮ ਨਹੀਂ ਬਣਨਾ। ਉਹਨੇ ਆਖਿਆ ਨਹੀਂ ਬਣਦਾ, ਉਹਨੇ ਆਖਿਆ ਨਹੀਂ ਬਣਦਾ, ਉਹਨੇ ਆਖਿਆ ਨਹੀਂ ਬਣਦਾ, ਤੂੰ ਵੀ ਸਿੱਧਾ ਹੋ ਗਿਆ 100 ਜਾਂ ਕੀਤੋ। ਅੱਗੋਂ ਫਿਰ ਕਿਸੇ ਕੋਲ ਟੁਰ ਗਿਆ, ਆਂਝਾਂ ਦੀ ਗੱਲ ਹੈ। ਉਹਨੇ ਆਖਿਆ ਤੂੰ ਸੱਚੇ ਦਿਲ ਨਾਲ ਰੱਬ ਦੇ ਸਾਹਮਣੇ ਸੱਚੇ ਦਿਲ ਨਾਲ ਰੋਕੋ, ਉਹਦੇ ਸਾਹਮਣੇ ਰੋਕੋ, ਯਾ ਅੱਲਾ ਮੈਨੂੰ ਮਾਫ ਕਰ, ਉਹ ਬੜਾ ਕਰੀਮ ਹੈ, ਤੈਨੂੰ ਮਾਫ ਕਰ ਛੱਡਣਾ। ਆਂਦੇ ਨੇ ਇਸ ਤਰ੍ਹਾਂ ਕੀਤਾ ਹੀ ਅੱਲਾਹ ਪਾਕ ਨੇ ਸਾਰੇ ਮਾਫ ਕਰਤੇ। ਉਹ ਤੇ ਮੌਤ ਆ ਗਈ ਹੈ ਰਸਤੇ ਦੇ ਵਿੱਚ, ਫਰਿਸ਼ਤੇ ਆ ਗਏ ਨੇ ਜੰਨਤ ਵਾਲੇ, ਉਹਨਾਂ ਆਖਿਆ ਤੋਬਾ ਕੀਤੀ ਉਹ ਹਲ ਜਾਣਾ, ਦੋਜ਼ਖ ਵਾਲੇ ਆ ਗਿਆ, ਉਹਨਾਂ ਆਖਿਆ 100 ਮਾਰਿਆ ਸੋ। ਰੱਬ ਨੇ ਆਖਿਆ ਥਾਂ ਮਿਲ ਲਵੋ, ਜਿੱਧਰ ਨੇੜੇ ਹੋਇਆ ਨਾ ਲੈ ਜਾਇਆ ਜੇ। ਆਂਦੇ ਨੇ ਬਣਦਾ ਦੋਜ਼ਖ ਹੀ, ਰੱਬ ਨੇ ਦੂਜਾ ਟੋਟਾ ਹੀ ਛੋਟਾ ਕਰ ਲਿਆ ਕਿ ਮੇਰਾ ਬੰਦਾ ਜੰਨਤ ਦੇ ਜਾ। ਅੱਲਾਹ ਪਾਕ ਕੋਲੋਂ ਮਾਫੀ ਮੰਗੀ, ਅੱਲਾਹ ਪਾਕ ਬੜਾ ਕਰੀਮ ਹੈ, ਮਾਫ ਕਰ ਛੱਡ। ਪਿਛਲੀ ਜੋ ਕੁਝ ਅੱਜ ਤੱਕ ਅੱਲਾਹ ਤੇ ਅੱਲਾਹ ਰਸੂਲ ਦੀ ਨਾਫਰਮਾਨੀ ਹੋਈ ਹੈ, ਪਿਛਲੀ ਉਹਦੀ ਫਿਰ ਮਾਫੀ ਮੰਗਾਂਗੇ ਨਾ ਅੱਲਾਹ ਪਾਕ ਕੋਲ, ਸਾਰੇ ਕਰਾਂਗੇ ਨਾ ਭਾਈ। ਹਾਂ ਜ਼ਰੂਰ ਇਕੱਲਿਆਂ ਬਹਿ ਕੇ ਨਾ, ਕੋਈ ਵੇਂਦਾ ਨਾ ਹੋਵੇ, ਪਰ ਅਗਰ ਡੰਗਰ ਡੁੰਗਰ ਚਾਰ ਦਿਆ ਪਰਾਂ ਕਿਤੇ ਬਰਤਨ ਉੱਤੇ ਬਹਿ ਕੇ ਇਕੱਲਾ ਹੀ ਨਾ, ਉੱਥੇ ਰੋਕ ਮੇਰਾ ਯਾ ਅੱਲਾ, ਮੈਂ ਤੇਰੀ ਜ਼ਮੀਨ ਤੇ ਰਹਿ ਕੇ, ਤੇਰੇ ਅਸਮਾਨ ਥੱਲੇ ਰਹਿ ਕੇ, ਤੇਰੀਆਂ ਸਾਰੀਆਂ ਨਿਯਮਤਾਂ ਖਾਂਦਾ ਰਿਹਾ ਤੇ ਤੇਰੀ ਨਾਫਰਮਾਨੀ ਕੀਤੀ ਹੈ, ਮਾਫ ਕਰ ਕਰਾਂਗੇ ਭਾਈ। ਪਿਛਲੀ ਮੰਗੀਏ ਮਾਫੀ,
पिछली मंगीए माफ़ी आइंदा आजम ते फैसला करिए कि बाकी ज़िंदगी जी है सोहने नबी वाली ज़िंदगी मैं आप भी सीखांगा तो लोगों भी सिखावांगा आप भी दीन ते चलांगा तो लोगों भी दीन दसांगा जा क्योंकि नबी को नहीं आना हुण आखिरी नबी हज़रत सलाम ने तो बाद कोई नबी नहीं सारी दुनिया के इंसानों तक दीन पहुँचाना साडी जिम्मेदारी है जी गल सारी दुनिया के इंसानों को दीन किने जाके दसना है असां दसना है फिर सारी दुनिया के इंसानों तक दीन फैलावांगे ना इंशाअल्लाह करांगे कोशिश इंशाअल्लाह ये वास्ते जमात आई है तुहाडे कोल ते इन्हां दे कोल कोशिश करके बैठा जाए वक्त जिहड़ा दा दिता जाए हिजरत नुसरत नाल दीन फैलिया ये आए ने इन्हां दे कोल बैठा जाए अल्लाह पाक पता नहीं किन्नू कोल पता नहीं तो मुल्कां जाण वाले बंदे पैदा हो जाण करांगे इंशाअल्लाह बिस्मिल्लाहिर्रहमानिर्रहीम अल्हम्दुलिल्लाहि रब्बिल आलमीन अर्रहमानिर्रहीम मालिकि यौमिद्दीन इय्याका नअबुदु व इय्याका नस्तईन इहदिनस सिरातल मुस्तकीम सिरातल लज़ीना अनअमता अलैहिम गैरिल मग़्दूबि अलैहिम वलद्दालीन सल्लल्लाहु तआला अला रसूलिल खैर खल्क़िही मुहम्मदिन व अला आलिहि व सहाबिहि अजमईन बिरहमतिका या अरहमर राहिमीन।